सत श्री अकाल। न्यूज़ 18 पंजाब हरियाणा हिमाचल देख रहे सारे दर्शकों का स्वागत। मैं अमृत फिरदी। बुलेटिन की शुरुआत करते हैं ਵੱਡੀ खबर ਦੇ ਨਾਲ। ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਘਰ ਈਡੀ ਦੇ ਵੱਲੋਂ ਰੇਡ ਮਾਰੀ ਗਈ ਹੈ। ਜੀ ਹਾਂ, ਖੁਦ ਸੁਖਪਾਲ ਖਹਿਰਾ ਨੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਮਨੀ ਲਾਂਡਰਿੰਗ ਦੇ ਕੇਸ ਦੇ ਵਿੱਚ ਈਡੀ ਦੇ ਵੱਲੋਂ ਛਾਪਾ ਮਾਰਿਆ ਗਿਆ ਹੈ ਤੇ ਅਜੇ ਵੀ ਜੋ ਹੈ ਉਹ ਛਾਪੇਮਾਰੀ ਜਾਰੀ ਹੈ। ਚੰਡੀਗੜ੍ਹ ਦੇ ਸੈਕਟਰ 5 ਸਥਿਤ ਕੋਠੀ ਦੇ ਵਿੱਚ ਰੇਡ ਜੋ ਈਡੀ ਦੇ ਵੱਲੋਂ ਮਾਰੀ ਗਈ ਹੈ ਉਹ ਅਜੇ ਵੀ ਜਾਰੀ ਹੈ। ਪੁੱਛਗਿੱਛ ਕੀਤੀ ਜਾ ਰਹੀ ਹੈ। ਭੁਲੱਥ ਤੋਂ ਵਿਧਾਇਕ ਨੇ ਸੁਖਪਾਲ ਸਿੰਘ ਖਹਿਰਾ ਆਮ ਆਦਮੀ ਪਾਰਟੀ ਤੋਂ ਵੱਖ ਹੋਣ ਤੋਂ ਬਾਅਦ ਪੰਜਾਬੀ ਏਕਤਾ ਪਾਰਟੀ ਸੁਖਪਾਲ ਖਹਿਰਾ ਨੇ ਆਪਣੀ ਜੋ ਬਣਾਈ ਹੈ। ਫਿਲਹਾਲ ਉਹ ਕਿਸ ਤਰ੍ਹਾਂ ਦਾ ਸੁਖਪਾਲ ਸਿੰਘ ਖਹਿਰਾ ਦੇ ਘਰ ਦੇ ਬਾਹਰ ਮਾਹੌਲ ਹੈ ਸਿੱਧਾ ਰੁਕ ਕਰਦੇ ਆ। ਪੰਕਜ ਕਪਾਹੀ ਸਾਡੇ ਸਹਿਯੋਗੀ ਜੁੜੇ ਨੇ ਤਾਂ ਪੰਕਜ, ਫਿਲਹਾਲ ਘਰ ਦੇ ਬਾਹਰ ਤੁਸੀਂ ਮੌਜੂਦ ਹੋ, ਕਿਸ ਤਰ੍ਹਾਂ ਦੀ ਹਲਚਲ ਇੱਥੇ ਦੇਖ ਸਕਦੇ ਹੋ ਤੇ ਕੀ ਕੁਝ ਜਾਣਕਾਰੀ ਮਿਲ ਰਹੀ ਹੈ? ਦਰਸ਼ਕਾਂ ਤੱਕ ਤਸਵੀਰਾਂ ਪਹੁੰਚਾਵਾਂਗੇ ਕਿ ਸੁਖਪਾਲ ਖਹਿਰਾ ਦੇ ਘਰ ਈਡੀ ਦੇ 15 ਅਧਿਕਾਰੀ ਜਿਹੜੇ ਨੇ ਉਹ ਪਹੁੰਚੇ ਹੋਏ ਨੇ। ਸੁਖਪਾਲ ਖਹਿਰਾ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਔਰ ਤਸਵੀਰਾਂ ਸਿੱਧੀਆਂ ਜਿਹੜੀਆਂ ਨੇ ਉਹ ਦਿਖਾਵਾਂਗੇ ਕਿ ਇਸ ਵੇਲੇ ਸੁਖਪਾਲ ਖਹਿਰਾ ਦੇ ਨਾਲ ਜੋ ਈਡੀ ਦੀ ਟੀਮ ਆਈ ਹੈ ਉਹ ਪੁੱਛਗਿੱਛ ਕਰ ਰਹੀ ਹੈ। तमाम ਉਹਨਾਂ ਦੇ ਬੈਂਕ ਅਕਾਊਂਟ ਦੀ ਡਿਟੇਲ ਜਿਹੜੀ ਹੈ ਉਹ ਪੁੱਛੀ ਜਾ ਰਹੀ ਹੈ, ਟ੍ਰਾਂਜੈਕਸ਼ਨ ਪੁੱਛੀ ਜਾ ਰਹੀ ਹੈ ਔਰ ਪਿਛਲੇ ਅੱਧੇ ਘੰਟੇ ਤੋਂ ਪੁੱਛਗਿੱਛ ਕੀਤੀ ਜਾ ਰਹੀ। ਸੁਖਪਾਲ ਖਹਿਰਾ ਮੀਡੀਆ ਦੇ ਨਾਲ ਗੱਲਬਾਤ ਕਰਨ ਲਈ ਅੱਗੇ ਆਏ ਸੀਗੇ, ਲੇਕਿਨ ਈਡੀ ਦੇ ਅਧਿਕਾਰੀ ਜਿਹੜੇ ਨੇ ਉਹਨਾਂ ਨੂੰ ਵਾਪਸ ਲੈ ਗਏ। ਉਹਨਾਂ ਨੇ ਕਿਹਾ ਕਿ ਪਹਿਲਾਂ ਪੁੱਛਗਿੱਛ ਦਾ ਜਵਾਬ ਦਿੱਤਾ ਜਾਵੇ। ਜੋ तमाम ਛਾਪਾ ਮਾਰਿਆ ਕਿਉਂਕਿ ਅਚਾਨਕ ਸਵੇਰੇ ਅੱਧਾ ਘੰਟਾ ਪਹਿਲਾਂ ਈਡੀ ਦੀ ਟੀਮ ਨੇ ਛਾਪਾ ਮਾਰਿਆ ਔਰ ਉਸ ਤੋਂ ਬਾਅਦ ਪੁੱਛਗਿੱਛ ਜਦੋਂ ਚੱਲ ਰਹੀ ਹੈ ਤਾਂ ਸੁਖਪਾਲ ਖਹਿਰਾ ਪੂਰੀ ਤਰੀਕੇ ਦੇ ਨਾਲ ਸਹਿਯੋਗ ਕਰ ਰਹੇ ਨੇ ਔਰ ਸੁਖਪਾਲ ਖਹਿਰਾ ਨੇ ਕਿਹਾ ਕਿ ਉਹ ਪੂਰੀ ਤਰੀਕੇ ਦੇ ਨਾਲ ਟੀਮ ਨੂੰ ਈਡੀ ਦੀ ਟੀਮ ਨੂੰ ਸਹਿਯੋਗ ਕਰਨਗੇ। ਜੋ ਵੀ ਉਹਨਾਂ ਨੂੰ ਪੁੱਛਿਆ ਜਾਏਗਾ ਉਹਨਾਂ ਸਵਾਲਾਂ ਦੇ ਜਵਾਬ ਜਿਹੜੇ ਨੇ ਉਹ ਦਿੱਤੇ ਜਾਣਗੇ ਔਰ ਕਿਉਂਕਿ ਉਹਨਾਂ ਨੇ ਕੁਝ ਗਲਤ ਨਹੀਂ ਕੀਤਾ। ਇਹ ਸੁਖਪਾਲ ਖਹਿਰਾ ਦਾ ਕਹਿਣਾ ਹੈ। ਉਹਨਾਂ ਦਾ ਕਹਿਣਾ ਹੈ ਕਿ ਜਾਣਬੁੱਝ ਕੇ ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਾਣਬੁੱਝ ਕੇ ਉਹਨਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਇਸੇ ਵਜ੍ਹਾ ਕਰਕੇ ਜੋ ਹੈ ਈਡੀ ਦੀ ਟੀਮ ਇੱਥੇ ਪਹੁੰਚੀ ਹੈ ਔਰ ਉਹਨਾਂ ਨਾਲ ਗੱਲਬਾਤ ਜਿਹੜੀ ਈਡੀ ਦੀ ਟੀਮ ਤਸਵੀਰਾਂ ਸਿੱਧੀਆਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਕਿ ਸੁਖਪਾਲ ਖਹਿਰਾ ਈਡੀ ਦੀ ਟੀਮ ਦੇ ਨਾਲ ਬੈਠੇ ਹੋਏ ਨੇ। ਇਸ ਵੇਲੇ ਟੈਲੀਫੋਨ ਤੇ ਵੀ ਕਿਸੇ ਦੇ ਨਾਲ ਸ਼ਾਇਦ ਆਪਣੇ ਵਕੀਲ ਦੇ ਨਾਲ ਵੀ ਗੱਲਬਾਤ ਕਰ ਰਹੇ ਨੇ ਔਰ ਇਸੇ ਵਜ੍ਹਾ ਕਰਕੇ ਕਿਉਂਕਿ ਸੁਖਪਾਲ ਖਹਿਰਾ ਜਦੋਂ ਮੀਡੀਆ ਦੇ ਨਾਲ ਗੱਲਬਾਤ ਕਰਨ ਲਈ ਗੇਟ ਦੇ ਕੋਲ ਆ ਰਹੇ ਸੀਗੇ ਤਾਂ ਉਦੋਂ ਈਡੀ ਦੀ ਟੀਮ ਉਹਨਾਂ ਨੂੰ ਵਾਪਸ ਲੈ ਗਈ ਔਰ ਜਾਣਕਾਰੀ ਇਹ ਵੀ ਮਿਲ ਰਹੀ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਟ੍ਰਾਂਜੈਕਸ਼ਨ ਜੋ ਬੈਂਕ ਅਕਾਊਂਟ ਦੀ ਹੋਈ ਹੈ ਉਹ ਵੀ ਸਵਾਲ ਪੁੱਛੇ ਜਾ ਰਹੇ ਹੈ, ਬੈਂਕ ਅਕਾਊਂਟ ਦੀਆਂ ਡਿਟੇਲਾਂ ਵੀ ਪੁੱਛੀਆਂ ਜਾ ਰਹੀਆਂ ਨੇ ਔਰ ਤਸਵੀਰਾਂ ਸਿੱਧੀਆਂ ਤੁਹਾਡੇ ਤੱਕ ਅਮਰਿਤ ਜਿਹੜੀਆਂ ਨੇ ਉਹ ਪਹੁੰਚਾਈਆਂ ਜਾ ਰਹੀਆਂ ਨੇ। ਬਿਲਕੁਲ, ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸੁਖਪਾਲ ਸਿੰਘ ਖਹਿਰਾ ਦੇ ਘਰ ਦੇ ਅੰਦਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ। ਸੁਖਪਾਲ ਸਿੰਘ ਖਹਿਰਾ ਇਸ ਵੇਲੇ ਈਡੀ ਦੇ ਜੋ ਅਧਿਕਾਰੀ ਪਹੁੰਚੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਵੀ ਨਜ਼ਰ ਆ ਰਹੇ ਨੇ। ਤਾਂ ਹਾਲਾਂਕਿ ਪੰਕਜ, ਬੇਸ਼ੱਕ ਜੋ ਹੈ ਗੱਲਬਾਤ ਕੀਤੀ ਜਾ ਰਹੀ ਹੈ, ਸਮੇਂ-ਸਮੇਂ ਤੇ ਸਵਾਲ ਤਾਂ ਜੋ ਸੁਖਪਾਲ ਸਿੰਘ ਖਹਿਰਾ ਨੇ ਈਡੀ ਨੂੰ ਲੈ ਕੇ ਜੋ ਸੰਮਨ ਜਾਰੀ ਹੁੰਦੇ ਨੇ ਉਸ ਨੂੰ ਮਨੀ ਲਾਂਡਰਿੰਗ ਦੇ ਕੇਸ ਨੂੰ ਲੈ ਕੇ ਚੁੱਕਦੇ ਤਾਂ ਰਹਿੰਦੇ ਨੇ, ਪਰ ਇੱਕ ਗੱਲ ਜੋ ਅੱਜ ਸਵੇਰ ਤੋਂ ਹੀ ਉਹਨਾਂ ਦੇ ਵੱਲੋਂ ਕਹੀ ਜਾ ਰਹੀ ਸੀ ਕਿ ਮੈਂ ਜਿਸ ਤਰ੍ਹਾਂ ਦੀ ਜੋ ਟੀਮ ਆਈ ਉਹਨਾਂ ਦਾ ਸਵਾਗਤ ਵੀ ਕਰਦਾ ਤਾਂ ਮੈਂ ਪੂਰਾ ਸਹਿਯੋਗ ਵੀ ਦੇਵਾਂਗਾ। ਬਿਲਕੁਲ, ਇਸ ਵੇਲੇ ਜੋ ਅੰਮ੍ਰਿਤ ਤਸਵੀਰਾਂ ਵੀ ਨਜ਼ਰ ਆ ਰਹੀਆਂ ਕਿ ਸੁਖਪਾਲ ਖਹਿਰਾ ਦੇ ਨਾਲ ਉਹਨਾਂ ਦੇ ਬੇਟੇ ਮਹਿਤਾਬ ਖਹਿਰਾ ਜੋ ਖੁਦ ਹਾਈ ਕੋਰਟ ਦੇ ਵਕੀਲ ਨੇ ਉਹ ਉੱਥੇ ਬੈਠੇ ਹੋਏ ਨੇ ਔਰ ਨਾਲ ਹੀ ਨਾਲ ਹਾਈ ਕੋਰਟ ਦੇ ਸੀਨੀਅਰ ਵਕੀਲ ਬੈਂਸ ਹੋਰੀ ਵੀ ਜੋ ਨੇ ਉਹਨਾਂ ਦੇ ਨਾਲ ਇਸ ਵੇਲੇ ਬੈਠੇ ਹੋਏ ਨੇ। ਦੋਵੇਂ ਸੀਨੀਅਰ ਵਕੀਲਾਂ ਦੇ ਨਾਲ ਵੀ ਗੱਲਬਾਤ ਜਿਹੜੀ ਹੈ ਉਹ ਇਸ ਵੇਲੇ ਈਡੀ ਦੀ ਟੀਮ ਦੀ ਚੱਲ ਰਹੀ ਹੈ ਔਰ ਇਸੇ ਵਜ੍ਹਾ ਕਰਕੇ ਸੁਖਪਾਲ ਖਹਿਰਾ ਵੀ ਕਮਰੇ ਦੇ ਅੰਦਰ ਨਹੀਂ ਬਲਕਿ ਕਮਰੇ ਦੇ ਬਾਹਰ ਆਪਣੇ ਲੋਨ ਦੇ ਵਿੱਚ ਹੀ ਆ ਕੇ ਬੈਠ ਕੇ ਨੇ। ਸਾਰੀ ਗੱਲਬਾਤ ਜਿਹੜੀ ਇਸ ਵੇਲੇ ਚੱਲ ਰਹੀ ਹੈ ਔਰ 12 ਤੋਂ 13 ਅਧਿਕਾਰੀ ਜਿਹੜੇ ਨੇ ਉਹ ਨੇ ਔਰ ਮੈਂ ਇੱਕ ਕਾਰ ਦੀਆਂ ਤਸਵੀਰਾਂ ਵੀ ਦਿਖਾਵਾਂ ਚਾਹਾਂਗਾ ਕਿ ਇਸ ਕਾਰ ਦੇ ਵਿੱਚ ਇਨੋਵਾ ਕਾਰ ਦੇ ਵਿੱਚ ਥੋੜੀ ਦੇਰ ਪਹਿਲਾਂ ਜਦੋਂ ਆਈ ਤਾਂ ਸੁਖਪਾਲ ਖਹਿਰਾ ਘਰ ਦੇ ਅੰਦਰ ਮੌਜੂਦ ਸੀਗੇ ਔਰ ਉਹਨਾਂ ਤੋਂ ਪੁੱਛਗਿੱਛ ਕੀਤੀ ਗਈ ਕਿਉਂਕਿ ਪਹਿਲਾਂ ਵੀ ਸੰਮਨ ਜਿਹੜੇ ਨੇ ਉਹ ਭੇਜੇ ਨੇ। ਇਹ ਇਨੋਵਾ ਕਾਰ ਹੈ, ਇਨੋਵਾ ਕਾਰ ਦੇ ਵਿੱਚ ਇਹ ਬਕਾਇਦਾ ਤੌਰ ਤੇ ਈਡੀ ਦੇ ਅਧਿਕਾਰੀ ਜਿਹੜੇ ਨੇ ਉਹ ਆਏ ਸੀਗੇ ਔਰ ਹੁਣ ਅੰਦਰ ਜਿਹੜੀ ਹੈ ਉਹ ਪੁੱਛਗਿੱਛ ਚੱਲ ਰਹੀ ਹੈ। ਇਹਨਾਂ 3 ਇਨੋਵਾ ਦੇ ਵਿੱਚ ਅਧਿਕਾਰੀ ਆਏ ਸੀਗੇ ਔਰ ਦੂਸਰੇ ਪਾਸੇ ਮੈਂ ਤਸਵੀਰਾਂ ਜਿਹੜੀਆਂ ਨੇ ਉਹ ਸੁਖਪਾਲ ਖਹਿਰਾ ਦੇ ਘਰ ਦੇ ਅੰਦਰ ਦੀਆਂ ਦਿਖਾਊਂਗਾ ਕਿ ਅੰਦਰ ਇਸ ਵੇਲੇ ਕਿਸ ਤਰੀਕੇ ਦੇ ਨਾਲ ਕਿਸ ਤਰੀਕੇ ਦੇ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਔਰ ਸਿੱਧੀਆਂ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਕਿ ਸੁਖਪਾਲ ਖਹਿਰਾ ਅੰਦਰ ਬੈਠੇ ਹੋਏ ਨੇ ਔਰ तमाम ईडी ਦੇ ਅਧਿਕਾਰੀ ਮਨੀ ਲਾਂਡਰਿੰਗ ਕੇਸ ਦੇ ਵਿੱਚ ਕੀ ਕੋਈ ਟ੍ਰਾਂਜੈਕਸ਼ਨ ਹੋਈ ਹੈ ਜਾਂ ਕੋਈ ਸਬੂਤ ਈਡੀ ਦੇ ਕੋਲ ਹੈ ਜਾਂ ਫਿਰ ਕਿਸ ਤਰੀਕੇ ਦੇ ਨਾਲ
ਪੁੱਛਗਿੱਛ ਕੀਤੀ ਜਾ ਰਹੀ ਹੈ, ਕਿਉਂਕਿ ਸੁਖਪਾਲ ਖਹਿਰਾ ਨੇ ਤਾਂ ਕਿਹਾ ਕਿ ਉਹ ਪੂਰੀ ਤਰੀਕੇ ਦੇ ਨਾਲ ਸਹਿਯੋਗ ਕਰਨਗੇ, ਪੂਰੀ ਤਰੀਕੇ ਦੇ ਨਾਲ ਈਡੀ ਜੋ ਵੀ ਉਹਨਾਂ ਤੋਂ ਸਵਾਲ ਪੁੱਛੇਗੀ, ਜੋ ਵੀ ਪੁੱਛਗਿੱਛ ਕਰੇਗੀ, ਚਾਹੇ ਬੈਂਕ ਅਕਾਊਂਟ ਦੀ ਹੋਵੇ, ਚਾਹੇ ਕੋਈ ਡਿਟੇਲ ਹੋਵੇ, ਉਹਨਾਂ तमाम ਸਵਾਲਾਂ ਦੇ ਜਵਾਬ ਜਿਹੜੇ ਨੇ ਉਹ ਦਿੱਤੇ ਜਾਣਗੇ। ਤਾਂ ਅਜਿਹੇ 'ਚ ਪਿਛਲੇ 45 ਮਿੰਟ ਤੋਂ ਵੱਧ ਦਾ ਸਮਾਂ ਹੋ ਗਿਆ ਹੈ, ਈਡੀ ਦੀ ਟੀਮ ਜਿਹੜੀ ਹੈ ਉਹਨਾਂ ਤੋਂ ਪੁੱਛਗਿੱਛ ਕਰ ਰਹੀ ਹੈ। ਔਰ ਜੋ ਹੈ ਪੈਰਟ ਕਲਰ ਦੀ ਪਗੜੀ ਦੇ ਵਿੱਚ ਸੁਖਪਾਲ ਖਹਿਰਾ ਨੇ, ਉਹਨਾਂ ਦੇ ਨਾਲ ਈਡੀ ਦੇ ਅਧਿਕਾਰੀ ਬੈਠੇ ਹੋਏ ਨੇ। ਇਹ ਤਸਵੀਰਾਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ। ਔਰ ਨਾਲ ਹੀ ਨਾਲ ਮਹਿਤਾਬ ਖਹਿਰਾ ਜੋ ਉਹਨਾਂ ਦੇ ਬੇਟੇ ਨੇ, ਉਹ ਉਹਨਾਂ ਦੇ ਨਾਲ ਬੈਠੇ ਹੋਏ ਨੇ। ਔਰ ਨਾਲ ਹੀ ਨਾਲ ਜੋ ਬੈਂਸ ਨੇ, ਸੀਨੀਅਰ ਵਕੀਲ ਨੇ ਹਾਈ ਕੋਰਟ ਦੇ, ਉਹ ਇੱਥੇ ਬੈਠੇ ਹੋਏ ਨੇ। ਈਡੀ तमाम ਇੱਕ ਲੰਬੀ ਤਕਰੀਬਨ 40 ਤੋਂ 50 ਸਵਾਲ ਨੇ ਜੋ ਇਸ ਵੇਲੇ ਸੁਖਪਾਲ ਖਹਿਰਾ ਤੋਂ ਪੁੱਛੇ ਜਾ ਰਹੇ ਨੇ, ਔਰ ਉਹਨਾਂ ਸਵਾਲਾਂ ਦੇ ਜਵਾਬ ਵੀ ਸੁਖਪਾਲ ਖਹਿਰਾ ਹੋਰੀ ਦੇ ਰਹੇ ਨੇ। ਔਰ ਇਹ ਤਸਵੀਰਾਂ ਦੇ ਵਿੱਚ ਵਾਈਟ ਸ਼ਰਟ ਦੇ ਵਿੱਚ ਮਹਿਤਾਬ ਖਹਿਰਾ ਨੇ, ਸੁਖਪਾਲ ਖਹਿਰਾ ਦੇ ਬੇਟੇ, ਔਰ ਇਹ ਸਾਰੀਆਂ ਤਸਵੀਰਾਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ। ਔਰ ਇਹ ਪਿਛਲੇ 45 ਮਿੰਟ ਤੋਂ ਵੱਧ ਦਾ ਸਮਾਂ ਹੋ ਗਿਆ ਜਦੋਂ ਈਡੀ ਦੀ ਟੀਮ ਨੇ ਛਾਪੇਮਾਰੀ ਕੀਤੀ ਔਰ ਪੁੱਛਗਿੱਛ ਜਿਹੜੀ ਹੈ ਉਹ ਇਸ ਵੇਲੇ ਕੀਤੀ ਜਾ ਰਹੀ ਹੈ। ਔਰ ਇੱਕ ਸ਼ਖਸ ਦੇ ਹੱਥ ਦੇ ਵਿੱਚ ਕੁਝ ਡਾਕੂਮੈਂਟ ਵੀ ਨੇ, ਕੋਈ ਦਸਤਾਵੇਜ਼ ਵੀ ਨੇ। ਔਰ ਇਹ ਕੀ ਨੇ, ਇਹ ਵੀ ਸੁਖਪਾਲ ਖਹਿਰਾ ਹੋਰਾਂ ਤੋਂ ਪੁੱਛਣ ਦੀ ਕੋਸ਼ਿਸ਼ ਕਰਾਂਗੇ। ਔਰ ਇਹ ਇਸ ਵੇਲੇ ਕਿਉਂਕਿ तमाम ਤਰ੍ਹਾਂ ਦੇ ਸਵਾਲ ਜਿਹੜੇ ਨੇ ਉਹ ਈਡੀ ਦੀ ਟੀਮ ਜਿਹੜੀ ਹੈ ਉਹ ਸੁਖਪਾਲ ਖਹਿਰਾ ਹੋਰਾਂ ਤੋਂ ਪੁੱਛ ਰਹੀ ਹੈ। ਔਰ ਸੁਖਪਾਲ ਖਹਿਰਾ ਕੁਰਸੀ ਦੇ ਉੱਤੇ ਬੈਠ ਕੇ तमाम ਸਵਾਲਾਂ ਦੇ ਜਵਾਬ ਦੇ ਰਹੇ ਨੇ। ਹਾਲਾਂਕਿ ਸੁਖਪਾਲ ਖਹਿਰਾ ਦਾ ਇਹ ਕਹਿਣਾ ਹੈ ਕਿ ਉਹ ਕੇਂਦਰ ਸਰਕਾਰ ਦੇ ਖਿਲਾਫ ਆਵਾਜ਼ ਉਠਾਉਂਦੇ ਰਹੇ ਨੇ, ਇਸ ਕਰਕੇ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਨੇ ਕੁਝ ਗਲਤ ਨਹੀਂ ਕੀਤਾ। ਔਰ ਤੁਸੀਂ ਦੇਖੋ ਕਿ ਸੁਖਪਾਲ ਖਹਿਰਾ ਦੇ ਨਾਲ ਕੁਰਸੀ ਦੇ ਉੱਤੇ ਈਡੀ ਦੇ ਸੀਨੀਅਰ ਅਧਿਕਾਰੀ ਬੈਠੇ ਹੋਏ ਨੇ। ਈਡੀ ਦੀ ਟੀਮ ਜੋ ਦਿੱਲੀ ਤੋਂ ਆਈ ਹੈ, ਉਹਨਾਂ ਤੋਂ ਸਵਾਲ ਵੀ ਜਿਹੜੇ ਨੇ ਇਸ ਵੇਲੇ ਪੁੱਛੇ ਜਾ ਰਹੇ ਨੇ। ਲਗਾਤਾਰ ਪਿਛਲੇ 45 ਮਿੰਟ ਤੋਂ ਸਵਾਲ ਜਿਹੜੇ ਨੇ तमाम ਪੁੱਛੇ ਜਾ ਰਹੇ ਨੇ। बिल्कुल पंकज, तो सवाल जवाब किए जा रहे हैं। फिलहाल कितना समा लगता है ये भी देखना काफी अहम है, क्योंकि विधानसभा का बजट इजलास भी चल रहा है। कार्रवाई दे विच भी हिस्सा लैण दे लई सुखपाल सिंह खैरा ने पहुंचना है, पर जेकर इत्थों फ्री हुंदे ने समय सिर तां ही जा पाउणगे। कितना समा ईडी दी टीम वल्लों लगदा है, इस तो नजर बनी हुई है। शुक्रिया पंकज, फिलहाल तस्वीरां दर्शकां दे नाल साਂਝੀਆਂ ਕਰਨ ਦੇ ਲਈ। ਤਾਂ सुखपाल सिंह खैरा दे सैक्टर 5 ਵਿਚਲੇ ਘਰ ਦੀਆਂ ਇਹ ਤਸਵੀਰਾਂ ਸੀ ਜਿਹੜੀਆਂ ਤੁਸੀਂ ਦੇਖੀਆਂ। ਤਾਂ ਸੁਖਪਾਲ ਸਿੰਘ ਖਹਿਰਾ ਦੇ ਘਰ ਈਡੀ ਦੇ ਵੱਲੋਂ ਛਾਪਾ ਮਾਰਿਆ ਗਿਆ ਹੈ। ਅੰਦਰ ਇਸ ਵੇਲੇ ਈਡੀ ਦੇ ਅਧਿਕਾਰੀਆਂ ਦੇ ਵੱਲੋਂ ਸੁਖਪਾਲ ਸਿੰਘ ਖਹਿਰਾ ਤੋਂ ਪੁੱਛਗਿੱਛ ਵੀ ਕੀਤੀ ਜਾ ਰਹੀ ਹੈ ਤੇ ਨਾਲ ਦੀ ਨਾਲ ਜੋ ਹੈ ਉਹ ਕੁਝ ਦਸਤਾਵੇਜ਼ ਵੀ ਹੱਥਾਂ ਦੇ ਵਿੱਚ ਫੜੇ ਹੋਏ ਨਜ਼ਰ ਆ ਰਹੇ ਨੇ। वित्त मंत्री मनप्रीत सिंह बादल ने कैप्टन सरकार के इस कार्यकाल का आखिरी बजट पेश किया। 1,68,015 करोड़ के इस बजट के नाल लोकां नूं लुभाउण की पूरी कोशिश की गई है। कौमांतरी महिला दिवस मौके बजट च औरतां नूं तोहफा दिता गया। सरकारी बसां च औरतां नूं सारा किराया माफ किया गया है ते विद्यार्थियों की भी कोई टिकट नहीं लगेगी। यह फैसला 1 अप्रैल तो लागू होगा। सरकार ने अपने कर्मचारियों नूं भी वड्डी राहत दी है। 1 जुलाई तो 6वां पे कमिशन लागू करने का ऐलान किया गया है तो इस साल अक्तूबर महीने च एरियल की पहली किश्त देने का ऐलान होया है। सरकार ने बुढ़ापा पेंशन 700 रुपए तो बढ़ा के 1500 रुपए कर दी है। आजादी घुलाटियां दे परिवारां दी पेंशन च भी वाधा किया गया है। इस दे नाल ही शगन स्कीम तहत भी हुण 51,000 रुपए मिलणगे। बजट च किसानां दी कर्ज माफी दे लई भी पैकेज का ऐलान किया गया है। किसानां दा 1,186 करोड़ रुपए का कर्जा माफ किया जाएगा। तो क्राइम तो एक ही किया इन्होंने, नवनीत के केस फॉलो कर रहे हैं डिप्टी बास साहब का, उनके जो ग्रैंडसन का है, तो है तो इस देश में आजकल वो क्राइम ही। आंदोलन को सपोर्ट करना है तो क्राइम ही। तो उस हिसाब से जो बड़ा अच्छी बात है, ही हैज जैसे सरकार काम कर रही है तो कोई बैंक अकाउंट भी सर पूछा गया, कोई ट्रांजैक्शन भी, वो मनी लॉन्ड्रिंग का उन्होंने एक्ट दिखा दिया, हमें पढ़ा दिया। मनी लॉन्ड्रिंग मीन्स होती है कि आप कोई भी प्रोसीड्स ऑफ क्राइम का, मनी प्रॉपर्टी आपके घर है, डॉक्यूमेंट है, तो हमें पूरी पावर है कि हम आपके घर देख के सर्च कर सकते हैं। आप 2 विटनेस बुला लीजिए। अपने विटनेस लाए थे, मगर वो विटनेस क्योंकि सरकारी मुलाजिम है और विटनेस लोकेलिटी से होना चाहिए,
तो हमने ऑब्जेक्ट किया, उन्होंने वो मान लिया कि आप अपने बुला लीजिए। नहीं कोई बैंक अकाउंट की डिटेल भी कोई मंगी है? क्योंकि बेसिकली इतनी वाइड टर्म है मनी लॉन्ड्रिंग कि आपके पास कोई प्रोसीड्स ऑफ क्राइम है, वो अकाउंट्स भी हो सकते हैं, डॉक्यूमेंट भी हो सकते हैं, फिक्स्ड डिपॉजिट भी हो सकते हैं, बैंक अकाउंट्स भी हो सकते हैं, और एक्चुअली गोल्ड, सिल्वर, डायमंड्स कुछ भी हो सकता है। तो उस हिसाब से कि आप बता सके, आप बता दीजिए हमें आपके पास किसने कंप्लेंट की है या कोई है। वो कहते हैं कि वो हमने अपने ऑफिसर्स को बतानी होती है, आपको नहीं बतानी होती। आपको हम ये भी नहीं बताएंगे कि हम किस कारण या किस रीज़न हमारे पास क्या है, वो भी हम अपने ऑफिसर्स को बताएंगे। हाँ, कुछ कंप्लेंट है, हमने नंबर दर्ज किया, वो नंबर हमें, तो उसके अलावा कोई इन्फॉर्मेशन ऑफिशियली उन्होंने कन्वे नहीं किया। पूरा एनफोर्समेंट डायरेक्टर के सारा स्टाफ इधर है, कितने अधिकारी? डिप्टी डायरेक्टर है, असिस्टेंट डायरेक्टर है, एंड बाकी सारे ऑफिसर्स उनके पास है उसी डिपार्टमेंट के। बैन साहब जेडी कंप्लेंट की गल की जा रही है, पेपर्स की गल की जा रही है, दिल्ली तो नहीं या फिर सारे चंडीगढ़ तो? ये वो कुछ भी बता नहीं रहे, वो एक नंबर बता रहे हैं, जैसे एक एफआईआर का नंबर होता है, वो भी बड़ी मुश्किल से निकला है कि आप कुछ तो दो। ये तो है नहीं कि आपका सपना आया और आप इधर आ गए, कोई कंप्लेंट तो हुई होगी। पहला सम्मन भी इन्होंने भेजे सी, क्या गया कि सम्मन अभी बाद में कहते करेंगे, पहले सर्च तो बिना समझ के आए हैं, सरप्राइज करते हैं अगर, इसलिए अब कहते बाद में समन करेंगे आपको इन्फोर्समेंट डायरेक्टर में। टीम आ सकती बिना सम्मान? ऑर्डिनरली जो सर्च होती है वो ऑथराइजेशन से हो सकती है, मगर उन्हें बताना जरूर होता है, क्योंकि कहा है कि जो आपको कारण है, आपके अंदर कोई इन्फॉर्मेशन आपके पास है और आपको वो इन्फॉर्मेशन रिलायबल लगती है और आपके पास रीजन टू बिलीव हैं कि इनके पास कुछ कंसीलमेंट हो सकती है, प्रॉपर्टी हो सकती है जिसका किसी क्राइम से लेना देना हो, तो वो सर्च तो कर सकते हैं, मगर आपको बताना तो पड़ेगा। नहीं, कोऑपरेट तो कर ही रहे हैं, उसमें कोई डाउट ही नहीं है। एक लॉफुल सिटीजन कोऑपरेट क्यों नहीं करेगा? अफसोस ये हो रहा है, सरकार के खिलाफ अफसोस ये हो रहा है कि वो कुछ भी बता नहीं रहे। वो हम तो कह रहे थे कि चलो आप, और फिर उन्होंने कहा कि हम मोबाइल ले लेंगे, तो फिर हमें भी कहना पड़ा कि आप, एक तो आपको भी पता मन में आप अनलॉफुल काम कर रहे हो, आपको भी मालूम है कि आप, हाँ आपको भी, क्योंकि हम विटनेस को बुला रहे थे, तो हमने भी फिर एग्रेसिव होके कहा कि आपको भी मालूम है जो आप कर रहे हो। सरकार के लिए ऐसा एक इस तरह का स्पाइनलेस ऑफिसर बन जाना और सरकार का पॉलिटिकल रीजन के लिए आप किसी को तंग करना, ये तो आपकी ड्यूटी है नहीं, आपको भी मालूम है, मगर आप मजबूर हो, आपके पास इतना करेज तो है नहीं कि कन्फ्रंट कर सके। बाहर तो फंड्स आंदे रहे ने, उन्हां दी पार्टी दे, यानी कि आम आदमी पार्टी के विधायक भी पहला आरोप लगाते रहे। आरोप तो अभी ये भी नहीं बता रहे ना, हम तो पूछ रहे थे कि आप किसी को जब रेड करते हो, जब अरेस्ट करते हो, ग्राउंड्स तो बताते हो ना, ग्राउंड्स ऑफ अरेस्ट। आप हमारे घर आए हो, गेस्ट बन रहे हो, सर्च कर रहे हो, आप बताओ तो सही इन्फॉर्मेशन क्या है। बाहर से फंड्स आए हैं, यहाँ से फंड्स आए हैं, किसी डकैत से लिंक है आपका, किसी और से लिंक है, ये तो बताओ, कुछ तो बताओ। आफ्टर ऑल सवाल पूछे जा रहे हैं, पूछगिछ नहीं कर रहे हो, तो सिर्फ सर्च करनी है उन्होंने, पूछगिछ। हाँ, वो तो अभी तो हम इसलिए रोका हुआ है कि कम से कम विटनेस तो आप अपने ना लो, अपने साथ ही अपने विटनेस भी ले आए। तो कानून कहता है, जो इन्होंने पढ़ाया कि भाई आपके लोकेलिटी के विटनेस चाहिए, इंडिपेंडेंट विटनेस तभी होंगे। तो मैं तो इनका दोस्त हूँ, उस हिसाब से मैं भी विटनेस नहीं हो सकता, तो फिर अब लोकेलिटी से विटनेस बुला रहे हैं। सर्च नहीं कर रही, अभी तो प्रोसीडिंग्स ही हो रही हैं, ऑब्जेक्शंस ही वो रिमूव कर रहे हैं, कभी हम दे रहे हैं, बट अभी तक तो सारा ठीक चल रहा है, इन द सेंस कि बड़े सिविलाइज्ड और अच्छे तरीके से पूछे जा रहे हैं, हमारे ऑब्जेक्शन वो डील कर रहे हैं, चाहे उनके पास कोई इन्फॉर्मेशन नहीं है। और उन्होंने अभी तक ग्राउंड्स नहीं बताए कि आप किस इन्फॉर्मेशन पे, किस एक्विजिशन पे, किस कंप्लेंट पे एक्ट कर रहे हो। आपको ख्याल आया, आपको ड्रीम आया, जो आपको किसी ने चिट्ठी लिखी, ऐसा कुछ भी देने को मना कर रहे हैं। यानी कि किसान आंदोलन के नाल ही हम जोड़ के पूरा, वो कभी मानना नहीं चाहते, उन्हें शर्म आ जाती जब हम कहते हैं कि किसान आंदोलन को आप अंडरमाइन करने के लिए सभी लीडरों को रेड कर रहे हो, जो किसान से मदद कर रहे हैं और लोगों की मदद कर रहे हैं, डिफेंस ही कर रहे हैं। इन्होंने एक बड़ा अहम केस उठाया है। आफ्टर ऑल एक ही किसान आंदोलन में 26 जनवरी एक ही बंदे को गोली लगी है, वो बहुत मेजर एम्बेरसमेंट है सरकार के लिए। और उस